ਇਹ ਪੇਸ਼ਕਾਰੀ BC ਰੀਨਲ ਏਜੰਸੀ ਵੱਲੋਂ ਤਿਆਰ ਅਤੇ ਪ੍ਰਸਤੁਤ ਕੀਤੀ ਗਈ ਹੈ। ਇਸ ਪੇਸ਼ਕਾਰੀ ਵਿੱਚ ਤੁਸੀਂ ਸਿੱਖੋਗੇ ਕਿ ਜਦੋਂ ਤੁਹਾਡੇ ਗੁਰਦੇ ਕੰਮ ਕਰਨਾ ਬੰਦ ਕਰ ਦੇਣ ਉਦੋਂ ਤੁਹਾਡੇ ਕੋਲ ਕਿਹੜੀਆਂ-ਕਿਹੜੀਆਂ ਚੋਣਾਂ ਉਪਲਬਧ ਹੁੰਦੀਆਂ ਹਨ। ਇਹ ਜ਼ਰੂਰੀ ਹੈ ਕਿ ਤੁਸੀਂ ਸਾਰੇ ਵਿਕਲਪਾਂ ਨੂੰ ਸਮਝੋ ਤਾਂ ਕਿ ਤੁਸੀਂ ਆਪਣੇ ਲਈ ਸਭ ਤੋਂ ਵਧੀਆ ਚੋਣ ਕਰ ਸਕੋ। ਆਓ ਸ਼ੁਰੂਆਤ ਕਰੀਏ। ਗੁਰਦੇ ਸਾਡੀ ਸਮੁੱਚੀ ਸਿਹਤ ਅਤੇ ਸਲਾਮਤੀ ਲਈ ਅਹਿਮ ਹੁੰਦੇ ਹਨ। ਸਿਹਤਮੰਦ ਗੁਰਦੇ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਪਦਾਰਥ ਪੁਣ ਕੇ ਸਾਡਾ ਖੂਨ ਸਾਫ਼ ਕਰਦੇ ਹਨ। ਗੁਰਦੇ ਫੇਲ ਹੋਣ ਕਾਰਨ ਸਿਹਤ ਵਿੱਚ ਗੰਭੀਰ ਗੁੰਝਲਾਂ ਪੈਦਾ ਹੋ ਸਕਦੀਆਂ ਹਨ। ਜਿਨ੍ਹਾਂ ਲੋਕਾਂ ਦੇ ਗੁਰਦੇ ਕੰਮ ਕਰਨ ਤੋਂ ਜਵਾਬ ਦੇ ਰਹੇ ਹੋਣ ਉਹਨਾਂ ਲਈ ਟ੍ਰੀਟਮੈਂਟ ਦੇ ਕਈ ਵਿਕਲਪ ਮੌਜੂਦ ਹਨ ਅਤੇ ਤੁਹਾਡੇ ਲਈ ਆਪਣੇ ਸਾਰੇ ਵਿਕਲਪ ਸਮਝਣੇ ਜ਼ਰੂਰੀ ਹਨ ਤਾਂ ਕਿ ਤੁਸੀਂ ਆਪਣੀ ਗੁਰਦਾ ਦੇਖਭਾਲ ਟੀਮ ਦੇ ਸਹਾਰੇ ਨਾਲ ਆਪਣੀ ਹਾਲਤ ਮੁਤਾਬਕ ਸਭ ਤੋਂ ਵਧੀਆ ਫੈਸਲਾ ਲੈ ਸਕੋ। ਇਸ ਚਾਰਟ ਵਿੱਚ ਗੁਰਦੇ ਦੀ ਕਾਰਗੁਜ਼ਾਰੀ ਦੇ ਵੱਖ-ਵੱਖ ਪੱਧਰ ਦਿਖਾਏ ਗਏ ਹਨ। ਹੋ ਸਕਦਾ ਹੈ ਕਿ ਤੁਹਾਡੇ ਕੋਲ ਪਹਿਲਾਂ ਤੋਂ ਹੀ ਟੈਸਟ ਦੇ ਕੁਝ ਨਤੀਜੇ ਹੋਣ ਜਿਹੜੇ ਤੁਹਾਡੇ GFR ਜਾਂ ਗੁਰਦੇ ਦੀ ਕਾਰਗੁਜ਼ਾਰੀ ਦੇ ਮੌਜੂਦਾ ਪੱਧਰ ਬਾਰੇ ਦੱਸਦੇ ਹਨ। ਜੇ ਤੁਹਾਨੂੰ ਆਪਣੇ GFR ਬਾਰੇ ਪਤਾ ਹੈ ਤਾਂ ਤੁਸੀਂ ਇਹ ਦੇਖਣ ਯੋਗ ਹੋਣੇ ਚਾਹੀਦੇ ਹੋ ਕਿ ਤੁਸੀਂ ਇਸ ਚਾਰਟ ਉੱਪਰ ਕਿੱਥੇ ਫਿੱਟ ਹੁੰਦੇ ਹੋ। ਜੇ ਤੁਹਾਨੂੰ ਆਪਣਾ GFR ਯਾਦ ਨਹੀਂ ਹੈ ਤਾਂ ਤੁਹਾਨੂੰ ਆਪਣੇ ਟੈਸਟ ਨਤੀਜਿਆਂ ਤੋਂ ਇਸ ਬਾਰੇ ਪਤਾ ਲੱਗ ਸਕਦਾ ਹੈ ਜਾਂ ਤੁਸੀਂ ਆਪਣੀ ਸਿਹਤ ਦੇਖਭਾਲ ਪ੍ਰਦਾਤਾ ਤੋਂ ਇਸ ਬਾਰੇ ਪੁੱਛ ਸਕਦੇ ਹੋ। ਆਪਣਾ ਗੁਰਦਾ ਬਦਲਵਾਉਣ ਦੇ ਵਿਕਲਪਾਂ ਬਾਰੇ ਸਿੱਖ ਰਹੇ ਬਹੁਤੇ ਲੋਕ GFR ਦੇ 15 ਤੋਂ 29% ਵਾਲੇ ਪੱਧਰ ਤੇ ਹੁੰਦੇ ਹਨ। ਇਹ ਪੱਧਰ ਸੰਤਰੀ ਰੰਗ ਦੇ ਬਕਸੇ ਰਾਹੀਂ ਦਰਸਾਇਆ ਗਿਆ ਹੈ। ਆਪਣੇ ਟ੍ਰੀਟਮੈਂਟ ਦੇ ਵਿਕਲਪਾਂ ਬਾਰੇ ਫੈਸਲਾ ਲੈਂਦੇ ਹੋਏ ਇਹ ਸੋਚਣਾ ਸਭ ਤੋਂ ਵਧੀਆ ਰਹਿੰਦਾ ਹੈ ਕਿ ਤੁਹਾਡੇ ਲਈ ਕੀ ਮਹੱਤਵਪੂਰਨ ਹੈ। ਵਿਚਾਰ ਕਰਨ ਯੋਗ ਕਈ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਗੱਲਾਂ ਇਹ ਹਨ। ਕੀ ਆਪਣੇ ਸਮੇਂ ਦਾ ਹਿਸਾਬ ਆਪ ਰੱਖ ਸਕਣਾ ਤੁਹਾਡੇ ਲਈ ਮਹੱਤਵਪੂਰਨ ਹੈ? ਕੀ ਤੁਸੀਂ ਰੋਜ਼ਾਨਾ ਇੱਕੋ ਜਿਹੇ ਕਾਰਜ ਕਰਦੇ ਹੋ ਜਾਂ ਕਿ ਤੁਹਾਡੇ ਸਕੇਡਿਊਲ ਵਿੱਚ ਰੋਜ਼ਾਨਾ ਬਹੁਤ ਤਬਦੀਲੀਆਂ ਆਉਂਦੀਆਂ ਹਨ? ਕੀ ਤੁਸੀਂ ਆਤਮ ਨਿਰਭਰ ਵਿਅਕਤੀ ਹੋ? ਕੀ ਤੁਸੀਂ ਆਪ ਕੰਮ ਕਰਨਾ ਪਸੰਦ ਕਰਦੇ ਹੋ ਜਾਂ ਕਿ ਤੁਸੀਂ ਦੂਜਿਆਂ ਵੱਲੋਂ ਤੁਹਾਡੇ ਕੰਮਕਾਜ ਕੀਤੇ ਜਾਣ ਨੂੰ ਤਰਜੀਹ ਦਿੰਦੇ ਹੋ? ਕੀ ਤੁਹਾਡੇ ਦਿਨ ਵਿੱਚ ਅਜਿਹੀਆਂ ਕਈ ਗਤੀਵਿਧੀਆਂ ਹਨ ਜਿਹੜੀਆਂ ਤੁਹਾਡੇ ਲਈ ਮਹੱਤਵਪੂਰਨ ਹਨ? ਉਦਾਹਰਣ ਵਜੋਂ ਕੰਮ ਤੇ ਜਾਣਾ, ਵਾਲੰਟੀਅਰ ਕਰਨਾ ਜਾਂ ਪਰਿਵਾਰਕ ਜ਼ਿੰਮੇਵਾਰੀਆਂ। ਕੀ ਅਜਿਹੀ ਖੁਰਾਕ ਤੁਹਾਡੇ ਲਈ ਆਸਾਨ ਰਹੇਗੀ ਜਿਸ ਵਿੱਚ ਤੁਹਾਡੇ ਖਾਣ ਪੀਣ ਉੱਪਰ ਪਾਬੰਦੀਆਂ ਹੋਣ ਜਾਂ ਕਿ ਤੁਹਾਨੂੰ ਇਹ ਔਖਾ ਲੱਗੇਗਾ? ਕੀ ਤੁਸੀਂ ਇੱਕ ਕਾਰਜਸ਼ੀਲ ਵਿਅਕਤੀ ਹੋ ਜਾਂ ਕਿ ਤੁਹਾਡੀ ਸ਼ਾਂਤ ਅਤੇ ਘਰ ਰਹਿ ਕੇ ਸਮਾਂ ਬਿਤਾਉਣ ਵਾਲੀ ਜੀਵਨ ਸ਼ੈਲੀ ਹੈ? ਵੱਖ-ਵੱਖ ਵਿਕਲਪਾਂ ਬਾਰੇ ਸਿੱਖਦੇ ਹੋਏ ਇਹ ਕੁਝ ਕੁ ਸਵਾਲ ਹਨ ਜਿਨ੍ਹਾਂ ਬਾਰੇ ਸੋਚਣਾ ਬਣਦਾ ਹੈ। ਇਹਨਾਂ ਨਾਲ ਤੁਹਾਨੂੰ ਇਹ ਜਾਣਨ ਵਿੱਚ ਮਦਦ ਮਿਲ ਸਕਦੀ ਹੈ ਕਿ ਤੁਹਾਡੇ ਵਾਸਤੇ ਕਿਹੜਾ ਵਿਕਲਪ ਸਭ ਤੋਂ ਵਧੀਆ ਰਹੇਗਾ। ਹੁਣ ਅਸੀਂ ਟ੍ਰੀਟਮੈਂਟ ਦੇ ਵੱਖ-ਵੱਖ ਵਿਕਲਪਾਂ ਬਾਰੇ ਗੱਲ ਕਰਾਂਗੇ। ਜਿਨ੍ਹਾਂ ਲੋਕਾਂ ਦੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਤੋਂ ਵੱਧ ਕਿਸਮ ਦੇ ਟ੍ਰੀਟਮੈਂਟਾਂ ਦੀ ਲੋੜ ਪੈਂਦੀ ਹੈ। ਇਸ ਲਈ ਸਾਰੇ ਵਿਕਲਪਾਂ ਬਾਰੇ ਜਾਣਨਾ ਵਧੀਆ ਰਹਿੰਦਾ ਹੈ ਅਤੇ ਕਈ ਵਾਰੀ ਜਦੋਂ ਤੁਹਾਨੂੰ ਹੋਰਨਾਂ ਵਿਕਲਪਾਂ ਬਾਰੇ ਪਤਾ ਲੱਗਦਾ ਹੈ ਤਾਂ ਉਹ ਵਿਕਲਪ ਬਦਲ ਜਾਂਦਾ ਹੈ ਜਿਹੜਾ ਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਪਸੰਦ ਆਵੇਗਾ। ਜਾਂ ਤੁਹਾਡੀ ਸਿਹਤ ਸੰਭਾਲ ਟੀਮ ਤੁਹਾਨੂੰ ਕਿਸੇ ਅਜਿਹੇ ਵਿਕਲਪ ਬਾਰੇ ਮਸ਼ਵਰਾ ਦੇ ਸਕਦੀ ਹੈ ਜਿਹੜਾ ਤੁਹਾਡੇ ਅਤੇ ਤੁਹਾਡੇ ਹਾਲਾਤ ਮੁਤਾਬਕ ਬਿਹਤਰ ਰਹੇਗਾ। ਆਪਣੇ ਵਿਚਾਰਾਂ ਨੂੰ ਖੁੱਲ੍ਹੇ ਰੱਖਣਾ ਸਭ ਤੋਂ ਵਧੀਆ ਰਹਿੰਦਾ ਹੈ। ਨਕਾਰਾ ਹੋਏ ਗੁਰਦਿਆਂ ਨਾਲ ਜੂਝ ਰਹੇ ਲੋਕਾਂ ਲਈ ਟ੍ਰੀਟਮੈਂਟ ਦੇ ਹੇਠ ਲਿਖੇ ਵਿਕਲਪ ਸਭ ਤੋਂ ਵਧੀਆ ਰਹਿੰਦੇ ਹਨ। ਟ੍ਰਾਂਸਪਲਾਂਟ, ਪੈਰੀਟੋਨੀਅਲ ਡਾਇਲਿਸਿਸ ਜਾਂ PD, ਹੀਮੋਡਾਇਲਿਸਿਸ ਜਿਸ ਵਿੱਚ ਘਰ ਵਿੱਚ ਕੀਤਾ ਜਾਣ ਵਾਲਾ ਅਤੇ ਕਲੀਨਿਕ ਵਿੱਚ ਕੀਤਾ ਜਾਣ ਵਾਲਾ ਹੀਮੋਡਾਇਲਿਸਿਸ ਸ਼ਾਮਲ ਹੈ ਅਤੇ ਕੰਜ਼ਰਵੇਟਿਵ ਦੇਖਭਾਲ। ਇਸ ਪੇਸ਼ਕਾਰੀ ਵਿੱਚ ਇਹਨਾਂ ਸਾਰੇ ਵਿਕਲਪਾਂ ਦਾ ਵੇਰਵਾ ਦਿੱਤਾ ਜਾਵੇਗਾ ਤਾਂ ਕਿ ਆਪਣੇ ਵਾਸਤੇ ਸਭ ਤੋਂ ਵਧੀਆ ਵਿਕਲਪ ਬਾਰੇ ਸੋਚਣ ਸਮੇਂ ਤੁਹਾਡੇ ਕੋਲ ਸਹੀ ਜਾਣਕਾਰੀ ਹੋਵੇ। ਗੁਰਦੇ ਦੇ ਟ੍ਰਾਂਸਪਲਾਂਟ ਵਾਲੇ ਵਿਕਲਪ ਤੋਂ ਸ਼ੁਰੂਆਤ ਕਰਦੇ ਹਾਂ। ਜਿਨ੍ਹਾਂ ਲੋਕਾਂ ਦੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ ਉਹਨਾਂ ਵਿੱਚੋਂ ਬਹੁਤੇ ਜਾਣਿਆਂ ਲਈ ਟ੍ਰਾਂਸਪਲਾਂਟ ਤਰਜੀਹੀ ਵਿਕਲਪ ਹੈ। ਗੁਰਦੇ ਦੇ ਟ੍ਰਾਂਸਪਲਾਂਟ ਵਿੱਚ ਕਿਸੇ ਦੂਜੇ ਵਿਅਕਤੀ ਗੁਰਦਾਦਾਨੀ ਤੋਂ ਸਿਹਤਮੰਦ ਗੁਰਦਾ ਪ੍ਰਾਪਤ ਕਰਨਾ ਸ਼ਾਮਲ ਹੈ। ਉਸ ਗੁਰਦੇ ਨੂੰ ਤੁਹਾਡੇ ਸਰੀਰ ਵਿੱਚ ਪਾਉਣ ਲਈ ਸਰਜਰੀ ਦੀ ਲੋੜ ਪੈਂਦੀ ਹੈ। ਇਹ ਚਿੱਤਰ ਦਰਸਾਉਂਦਾ ਹੈ ਕਿ ਨਵਾਂ ਗੁਰਦਾ ਤੁਹਾਡੇ ਸਰੀਰ ਅੰਦਰ ਕਿੱਥੇ ਰੱਖਿਆ ਜਾਂਦਾ ਹੈ। ਕਈ ਲੋਕਾਂ ਨੂੰ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਜਦੋਂ ਉਹਨਾਂ ਨੂੰ ਨਵਾਂ ਗੁਰਦਾ ਦਿੱਤਾ ਜਾਂਦਾ ਹੈ ਉਦੋਂ ਉਹਨਾਂ ਦੇ ਆਪਣੇ ਗੁਰਦੇ ਸਰੀਰ ਵਿੱਚ ਹੀ ਰਹਿਣ ਦਿੱਤੇ ਜਾਂਦੇ ਹਨ। ਇਹ ਸਮਝਣਾ ਵੀ ਜ਼ਰੂਰੀ ਹੈ ਕਿ ਟ੍ਰਾਂਸਪਲਾਂਟ ਗੁਰਦੇ ਦੇ ਰੋਗ ਦਾ ਮਹਿਜ਼ ਇੱਕ ਟ੍ਰੀਟਮੈਂਟ ਹੈ, ਮੁਕੰਮਲ ਇਲਾਜ ਨਹੀਂ। ਇਸ ਦਾ ਮਤਲਬ ਹੈ ਕਿ ਆਪਣੇ ਨਵੇਂ ਗੁਰਦੇ ਨੂੰ ਸਿਹਤਮੰਦ ਰੱਖਣਾ ਯਕੀਨੀ ਬਣਾਉਣ ਲਈ ਤੁਹਾਨੂੰ ਫਿਰ ਵੀ ਆਪਣੀ ਸਿਹਤ ਸੰਭਾਲ ਟੀਮ ਨੂੰ ਬਕਾਇਦਾ ਮਿਲਣ ਅਤੇ ਆਪਣੀਆਂ ਦਵਾਈਆਂ ਲੈਣ ਦੀ ਲੋੜ ਪਵੇਗੀ। ਗੁਰਦਾ ਦਾਨ ਕਰਨ ਵਾਲਿਆਂ ਦੀਆਂ ਦੋ ਕਿਸਮਾਂ ਹਨ, ਜਿਉਂਦੇ ਦਾਨੀ ਅਤੇ ਮ੍ਰਿਤਕ ਦਾਨੀ। ਜਿਉਂਦੇ ਦਾਨੀ ਦਾ ਮਤਲਬ ਸੁਣ ਕੇ ਹੀ ਪਤਾ ਲੱਗ ਜਾਂਦਾ ਹੈ। ਗੁਰਦਾ ਦਾਨ ਕਰਨ ਵਾਲਾ ਵਿਅਕਤੀ ਜ਼ਿੰਦਾ ਹੁੰਦਾ ਹੈ ਅਤੇ ਉਹ ਆਪਣਾ ਗੁਰਦਾ ਦਾਨ ਕਰਨ ਦੀ ਪੇਸ਼ਕਸ਼ ਕਰਦਾ ਹੈ।
ਲੋਕ ਇੱਕ ਗੁਰਦੇ ਨਾਲ ਵੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਗੁਜ਼ਾਰ ਸਕਦੇ ਹਨ। ਆਪਣਾ ਗੁਰਦਾ ਦਾਨ ਕਰਨ ਦੀ ਪੇਸ਼ਕਸ਼ ਕਰਨ ਵਾਲੇ ਵਿਅਕਤੀ ਦੇ ਅਨੇਕਾਂ ਟੈਸਟ ਕੀਤੇ ਜਾਣਗੇ ਤਾਂ ਕਿ ਇਹ ਪੱਕਾ ਕੀਤਾ ਜਾ ਸਕੇ ਕਿ ਉਹਨਾਂ ਦੀ ਸਿਹਤ ਠੀਕ ਹੈ ਅਤੇ ਗੁਰਦਾ ਦਾਨ ਕਰਨਾ ਉਹਨਾਂ ਲਈ ਸੁਰੱਖਿਅਤ ਹੈ। ਮ੍ਰਿਤਕ ਦਾਨੀ ਵਾਲੇ ਮਾਮਲੇ ਵਿੱਚ ਅਜਿਹੇ ਵਿਅਕਤੀ ਦਾ ਗੁਰਦਾ ਲਿਆ ਜਾਂਦਾ ਹੈ ਜਿਸ ਦੀ ਮੌਤ ਹੋ ਚੁੱਕੀ ਹੁੰਦੀ ਹੈ ਅਤੇ ਜਿਸ ਨੇ ਮਰਨ ਤੋਂ ਪਹਿਲਾਂ ਆਪਣਾ ਗੁਰਦਾ ਦਾਨ ਕਰਨ ਲਈ ਸਹਿਮਤੀ ਦਿੱਤੀ ਸੀ। BC ਟ੍ਰਾਂਸਪਲਾਂਟ ਉਹ ਏਜੰਸੀ ਹੈ ਜਿਹੜੀ BC ਵਿੱਚ ਗੁਰਦਿਆਂ ਦੇ ਸਾਰੇ ਟ੍ਰਾਂਸਪਲਾਂਟਸ ਦਾ ਪ੍ਰਬੰਧ ਕਰਦੀ ਹੈ ਅਤੇ ਟ੍ਰਾਂਸਪਲਾਂਟ ਕੀਤੇ ਜਾਣ ਤੋਂ ਪਹਿਲਾਂ ਇਹ ਪੱਕਾ ਕਰਦੀ ਹੈ ਕਿ ਦਾਨ ਕੀਤਾ ਹਰ ਗੁਰਦਾ ਸਿਹਤਮੰਦ ਹੈ। ਮ੍ਰਿਤਕ ਦਾਨੀ ਦੇ ਮੁਕਾਬਲੇ ਜਿਉਂਦੇ ਦਾਨੀ ਤੋਂ ਲਿਆ ਗੁਰਦਾ ਟ੍ਰਾਂਸਪਲਾਂਟ ਕਰਵਾਉਣ ਦੇ ਅਨੇਕਾਂ ਫਾਇਦੇ ਹਨ। ਜਿਉਂਦੇ ਦਾਨੀ ਤੋਂ ਲੈ ਕੇ ਟ੍ਰਾਂਸਪਲਾਂਟ ਕੀਤਾ ਗੁਰਦਾ ਜ਼ਿਆਦਾ ਦੇਰ ਤੱਕ ਚੱਲਦਾ ਹੈ। ਸਰੀਰ ਵੱਲੋਂ ਉਹ ਗੁਰਦਾ ਨਕਾਰੇ ਜਾਣ ਦੇ ਅਸਾਰ ਘੱਟ ਹੁੰਦੇ ਹਨ। ਸਮੁੱਚੇ ਤੌਰ 'ਤੇ ਸਿਹਤ ਬਿਹਤਰ ਰਹਿੰਦੀ ਹੈ। ਗੁਰਦੇ ਫੇਲ ਹੋਣ ਤੋਂ ਪਹਿਲਾਂ ਹੀ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੈ। ਮ੍ਰਿਤਕ ਦਾਨੀ ਤੋਂ ਮਿਲਿਆ ਗੁਰਦਾ ਹਾਸਲ ਕਰਨ ਵਾਸਤੇ ਇੰਤਜ਼ਾਰ ਸੂਚੀ ਉੱਪਰ ਜਾਣ ਲਈ ਤੁਹਾਡਾ ਡਾਇਲਿਸਿਸ 'ਤੇ ਹੋਣਾ ਲਾਜ਼ਮੀ ਹੁੰਦਾ ਹੈ। ਜਿਉਂਦਾ ਦਾਨੀ ਅਤੇ ਤੁਹਾਡੀ ਮਦਦ ਲਈ ਉਪਲਬਧ ਵਸੀਲੇ ਲੱਭਣ ਲਈ ਆਪਣੀ ਗੁਰਦਾ ਦੇਖਭਾਲ ਟੀਮ ਨਾਲ ਗੱਲ ਕਰੋ। ਜੇ ਤੁਸੀਂ ਗੁਰਦਾ ਟ੍ਰਾਂਸਪਲਾਂਟ ਕਰਵਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਵੀ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਜੇ ਤੁਹਾਡੇ ਟ੍ਰਾਂਸਪਲਾਂਟ ਆਪਰੇਸ਼ਨ ਤੋਂ ਪਹਿਲਾਂ ਤੁਹਾਡੇ ਗੁਰਦੇ ਫੇਲ ਹੋ ਜਾਂਦੇ ਹਨ ਤਾਂ ਤੁਹਾਨੂੰ ਕੁਝ ਸਮੇਂ ਲਈ ਡਾਇਲਿਸਿਸ ਸ਼ੁਰੂ ਕਰਨਾ ਪਵੇਗਾ। ਇਸ ਲਈ ਭਾਵੇਂ ਟ੍ਰਾਂਸਪਲਾਂਟ ਕਰਵਾਉਣਾ ਤੁਹਾਡੀ ਪ੍ਰਮੁੱਖ ਚੋਣ ਹੋਵੇ, ਤੁਹਾਨੂੰ ਫਿਰ ਵੀ ਇਹ ਸੋਚਣਾ ਚਾਹੀਦਾ ਹੈ ਕਿ ਜੇ ਤੁਹਾਡੇ ਟ੍ਰਾਂਸਪਲਾਂਟ ਆਪਰੇਸ਼ਨ ਤੋਂ ਪਹਿਲਾਂ ਤੁਹਾਡੇ ਗੁਰਦੇ ਫੇਲ ਹੋ ਗਏ ਤਾਂ ਤੁਸੀਂ ਕਿਸ ਕਿਸਮ ਦਾ ਡਾਇਲਿਸਿਸ ਕਰਵਾਉਣਾ ਚਾਹੋਗੇ। ਆਪਣੇ ਵਿਕਲਪਾਂ ਬਾਰੇ ਸੋਚਦੇ ਹੋਏ ਅਤੇ ਫੈਸਲਾ ਕਰਦੇ ਹੋਏ ਤੁਹਾਨੂੰ ਧਿਆਨ ਨਾਲ ਸੋਚਣਾ ਚਾਹੀਦਾ ਹੈ ਕਿ ਤੁਹਾਡੇ ਲਈ ਕੀ ਮਹੱਤਵਪੂਰਨ ਹੈ ਅਤੇ ਤੁਸੀਂ ਕਿਸ ਤਰ੍ਹਾਂ ਰਹਿਣਾ ਪਸੰਦ ਕਰਦੇ ਹੋ। ਇਸ ਭਾਗ ਵਿੱਚ ਅਸੀਂ ਗੱਲ ਕਰਾਂਗੇ ਕਿ ਪੈਰੀਟੋਨੀਅਲ ਡਾਇਲਿਸਿਸ ਜਾਂ PD ਕੀ ਹੁੰਦਾ ਹੈ ਅਤੇ ਕਿਵੇਂ ਕੰਮ ਕਰਦਾ ਹੈ। ਅਸੀਂ ਤੁਹਾਡੀਆਂ PD ਸੰਬੰਧੀ ਚੋਣਾਂ ਬਾਰੇ ਜਾਣਾਂਗੇ ਅਤੇ PD ਦੇ ਫਾਇਦਿਆਂ ਅਤੇ ਨੁਕਸਾਨਾਂ ਬਾਰੇ ਗੱਲ ਕਰਾਂਗੇ। ਆਓ ਪਹਿਲਾਂ PD ਦੀ ਪਰਿਭਾਸ਼ਾ ਅਤੇ ਇਸ ਨਾਲ ਕੀ ਹੁੰਦਾ ਹੈ ਬਾਰੇ ਗੱਲ ਕਰਕੇ ਸ਼ੁਰੂਆਤ ਕਰੀਏ। PD ਡਾਇਲਿਸਿਸ ਦੀ ਉਹ ਕਿਸਮ ਹੈ ਜਿਸ ਨੂੰ ਤੁਸੀਂ ਘਰ ਵਿੱਚ ਕਰਦੇ ਹੋ। ਤੁਹਾਡੇ ਸਰੀਰ ਵਿੱਚੋਂ ਦੂਸ਼ਿਤ ਪਦਾਰਥ ਕੱਢਣ ਲਈ ਇੱਕ ਟਿਊਬ, ਜਿਸ ਨੂੰ ਕੈਥੇਟਰ ਕਿਹਾ ਜਾਂਦਾ ਹੈ, ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਟਿਊਬ ਤੁਹਾਡੇ ਢਿੱਡ ਦੇ ਅੰਦਰ ਜਾਂਦੀ ਹੈ। ਜਦੋਂ ਤੁਸੀਂ PD ਸ਼ੁਰੂ ਕਰਦੇ ਹੋ ਤਾਂ ਤੁਸੀਂ ਦਿਨ ਦੇ ਸਮੇਂ PD ਕਰਨਾ ਅਤੇ ਰਾਤ ਨੂੰ PD ਕਰਨਾ ਦੋਵੇਂ ਤਰੀਕੇ ਸਿੱਖਦੇ ਹੋ। ਤੁਹਾਡੇ ਲਈ ਸਭ ਤੋਂ ਵਧੀਆ ਸਕੇਡਿਊਲ ਤੈਅ ਕਰਨ ਵਾਸਤੇ ਤੁਹਾਡੀ PD ਟੀਮ ਤੁਹਾਡੇ ਨਾਲ ਕੰਮ ਕਰੇਗੀ। PD ਦੀਆਂ ਦੋ ਕਿਸਮਾਂ ਹਨ, ਕੰਟੀਨਿਊਅਸ ਐਂਬੂਲੇਟਰੀ ਪੈਰੀਟੋਨੀਅਲ ਡਾਇਲਿਸਿਸ ਜਾਂ CAPD, ਜੋ ਕਿ PD ਦੀ ਮੈਨੂਅਲ ਕਿਸਮ ਹੈ। ਮੈਨੂਅਲ PD ਦਿਨ ਵਿੱਚ 4-5 ਵਾਰੀ ਕੀਤਾ ਜਾਂਦਾ ਹੈ ਅਤੇ ਇਸ ਨੂੰ ਹਰ ਵਾਰ 30 ਤੋਂ 45 ਮਿੰਟ ਲੱਗਦੇ ਹਨ। PD ਦੀ ਚੋਣ ਕਰਨ ਵਾਲਾ ਹਰ ਵਿਅਕਤੀ ਮੈਨੂਅਲ PD ਤੋਂ ਹੀ ਸ਼ੁਰੂਆਤ ਕਰ ਸਕਦਾ ਹੈ। ਕੰਟੀਨਿਊਅਸ ਸਾਈਕਲਿੰਗ ਪੈਰੀਟੋਨੀਅਲ ਡਾਇਲਿਸਿਸ ਜਾਂ CCPD ਮਸ਼ੀਨ ਦੀ ਵਰਤੋਂ ਕਰਦਾ ਹੈ। ਇਸ ਤਰ੍ਹਾਂ ਦਾ PD ਰਾਤ ਨੂੰ ਤੁਹਾਡੇ ਸੌਣ ਸਮੇਂ ਕੀਤਾ ਜਾਂਦਾ ਹੈ। ਇਸ ਲਈ ਆਮ ਤੌਰ 'ਤੇ 9 ਤੋਂ 10 ਘੰਟੇ ਲੱਗਦੇ ਹਨ। ਇਸ ਤਸਵੀਰ ਵਿੱਚ ਇੱਕ CCPD ਮਸ਼ੀਨ ਅਤੇ ਸੌਣ ਤੋਂ ਪਹਿਲਾਂ PD ਕਰਨ ਲਈ ਮਸ਼ੀਨ ਸ਼ੁਰੂ ਕਰਨ ਵਾਲੀ ਔਰਤ ਦਿਖਾਈ ਗਈ ਹੈ। ਜਿਵੇਂ ਕਿ ਤੁਸੀਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ, PD ਦੇ ਫਾਇਦਿਆਂ ਵਿੱਚੋਂ ਇੱਕ ਫਾਇਦਾ ਇਹ ਹੈ ਕਿ ਤੁਸੀਂ ਇਸ ਨਾਲ ਯਾਤਰਾ ਵੀ ਕਰ ਸਕਦੇ ਹੋ। PD ਨਾਲ ਹੋਰ ਵੀ ਕਈ ਫਾਇਦੇ ਜੁੜੇ ਹੋਏ ਹਨ। ਆਮ ਤੌਰ 'ਤੇ ਇਹਨਾਂ ਵਿੱਚੋਂ ਜ਼ਿਆਦਾ ਆਜ਼ਾਦੀ ਅਤੇ ਲਚਕੀਲਾਪਨ ਸ਼ਾਮਲ ਹੈ। ਹੀਮੋਡਾਇਲਿਸਿਸ ਦੇ ਮੁਕਾਬਲੇ PD ਨਾਲ ਤੁਹਾਡੇ ਗੁਰਦੇ ਦੀ ਕਾਰਗੁਜ਼ਾਰੀ ਦਾ ਬਿਹਤਰ ਬਚਾਅ ਹੁੰਦਾ ਹੈ। ਅਸੀਂ ਇਸ ਬਾਰੇ ਛੇਤੀ ਹੀ ਸਿੱਖਾਂਗੇ। ਇਹ ਤੁਹਾਡੇ ਸਰੀਰ 'ਤੇ ਕੋਮਲ ਰਹਿੰਦਾ ਹੈ ਕਿਉਂਕਿ ਇਹ ਕੁਦਰਤੀ ਗੁਰਦੇ ਵਾਂਗ ਹੀ ਕੰਮ ਕਰਦਾ ਹੈ। PD ਬਾਰੇ ਵਿਚਾਰਨਯੋਗ ਹੋਰ ਗੱਲਾਂ ਵਿੱਚ ਇਹ ਵੀ ਸ਼ਾਮਲ ਹੈ ਕਿ ਇਸ ਵਾਸਤੇ ਤੁਹਾਡੇ ਢਿੱਡ ਵਿੱਚ ਟਿਊਬ ਲਗਾਉਣ ਦੀ ਲੋੜ ਪੈਂਦੀ ਹੈ। ਕੁਝ ਲੋਕਾਂ ਨੂੰ ਨਹਾਉਣ ਸਮੇਂ ਪਾਣੀ ਵਿੱਚ ਬੈਠਣਾ ਜਾਂ ਹੌਟ ਟਬ ਵਿੱਚ ਬੈਠਣਾ ਪਸੰਦ ਹੁੰਦਾ ਹੈ ਅਤੇ PD ਕਰਨ ਵਾਲੇ ਲੋਕਾਂ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਪਰ ਇਸ਼ਨਾਨ ਕਰਨਾ ਠੀਕ ਹੈ। PD ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਥੋੜ੍ਹੀ ਟ੍ਰੇਨਿੰਗ ਲੈਣੀ ਪਵੇਗੀ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਘਰ ਵਿੱਚ ਆਪਣੇ ਆਪ ਇਹ ਕਰ ਸਕੋ। PD ਹਰ ਰੋਜ਼ ਕਰਨੀ ਪੈਂਦੀ ਹੈ, ਇਸ ਲਈ ਇਹ ਤੁਹਾਡੇ ਰੋਜ਼ਾਨਾ ਰੁਟੀਨ ਦਾ ਹਿੱਸਾ ਹੋਣਾ ਚਾਹੀਦਾ ਹੈ। PD ਲਈ ਲੋੜੀਂਦਾ ਸਾਜ਼ੋ ਸਮਾਨ ਸੰਭਾਲ ਕੇ ਰੱਖਣ ਲਈ ਤੁਹਾਨੂੰ ਕੁਝ ਥਾਂ ਦੀ ਲੋੜ ਵੀ ਪਵੇਗੀ। ਜੇ ਤੁਹਾਨੂੰ ਲੱਗਦਾ ਹੈ ਕਿ PD ਤੁਹਾਡੇ ਲਈ ਸਹੀ ਵਿਕਲਪ ਹੈ ਤਾਂ ਹੁਣ ਇਸ ਬਾਰੇ ਵਿਚਾਰ ਕਰਨ ਦਾ ਸਮਾਂ ਹੈ। ਜੇ ਤੁਸੀਂ PD ਸ਼ੁਰੂ ਕਰ ਲਓ ਤਾਂ ਤੁਹਾਡੇ ਲਈ ਸਭ ਤੋਂ ਵੱਡੀ ਤਬਦੀਲੀ ਕੀ ਹੋਵੇਗੀ? ਤੁਹਾਡੇ ਲਈ PD ਦਾ ਸਭ ਤੋਂ ਵਧੀਆ ਹਿੱਸਾ ਜਾਂ ਸਭ ਤੋਂ ਵੱਡਾ ਫਾਇਦਾ ਕੀ ਹੋਵੇਗਾ? ਜੇ ਤੁਸੀਂ PD 'ਤੇ ਹੋਵੋ ਤਾਂ ਤੁਹਾਡਾ ਸਭ ਤੋਂ ਵੱਡਾ ਫਿਕਰ ਕੀ ਹੋਵੇਗਾ? ਕੀ ਤੁਸੀਂ ਕੁਝ ਹੋਰ ਜਾਣਨਾ ਚਾਹੋਗੇ? ਜੇ ਹਾਂ ਤਾਂ ਉਹ ਲਿਖੋ ਅਤੇ ਬਾਅਦ ਵਿੱਚ ਆਪਣੀ ਗੁਰਦਾ ਦੇਖਭਾਲ ਟੀਮ ਵਿੱਚ ਕਿਸੇ ਨੂੰ ਪੁੱਛੋ। ਹੀਮੋਡਾਇਲਿਸਿਸ ਜਾਂ ਹੀਮੋ ਡਾਇਲਿਸਿਸ ਦੀ ਇੱਕ ਹੋਰ ਕਿਸਮ ਹੈ। ਇਸ ਹਿੱਸੇ ਵਿੱਚ ਅਸੀਂ ਹੀਮੋਡਾਇਲਿਸਿਸ ਬਾਰੇ ਸਿੱਖਾਂਗੇ, ਜਿਸ ਵਿੱਚ ਇਹ ਸ਼ਾਮਲ ਹੈ। ਇਹ ਕੀ ਹੁੰਦਾ ਹੈ?
ਨਾੜ ਰਾਹੀਂ ਰਾਹ ਬਣਾਉਣ ਦਾ ਕੀ ਮਤਲਬ ਹੈ, ਹੀਮੋ ਦੇ ਵੱਖ-ਵੱਖ ਵਿਕਲਪ ਕੀ ਹਨ ਅਤੇ ਹੀਮੋ ਦੇ ਫਾਇਦੇ ਅਤੇ ਸੰਭਾਵੀ ਕਮੀਆਂ ਕੀ ਹਨ। ਹੀਮੋਡਾਇਲਿਸਿਸ ਵਾਸਤੇ ਤੁਹਾਡੇ ਸਰੀਰ ਵਿੱਚੋਂ ਖੂਨ ਕੱਢਣ ਅਤੇ ਉਸ ਨੂੰ ਸਾਫ਼ ਕਰਕੇ ਵਾਪਸ ਸਰੀਰ ਵਿੱਚ ਪਾਉਣ ਲਈ ਇੱਕ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਤੁਹਾਡੇ ਘਰ ਵਿੱਚ ਜਾਂ ਹਸਪਤਾਲ ਜਾਂ ਕਮਿਊਨਿਟੀ ਕਲੀਨਿਕ ਵਿਖੇ ਕੀਤਾ ਜਾ ਸਕਦਾ ਹੈ। ਹੀਮੋਡਾਇਲਿਸਿਸ ਕਰਨ ਲਈ ਤੁਹਾਡੇ ਖੂਨ ਦੀ ਨਾੜ ਨੂੰ ਹੀਮੋ ਮਸ਼ੀਨ ਨਾਲ ਕਨੈਕਟ ਕਰਨ ਦੇ ਤਰੀਕੇ ਦੀ ਲੋੜ ਹੁੰਦੀ ਹੈ। ਅਜਿਹਾ ਇੱਕ ਫਿਸਚੂਲਾ ਜਾਂ ਕੈਥੇਟਰ ਰਾਹੀਂ ਕੀਤਾ ਜਾ ਸਕਦਾ ਹੈ। ਖੂਨ ਦੀ ਨਾੜ ਨੂੰ ਹੀਮੋ ਮਸ਼ੀਨ ਨਾਲ ਕਨੈਕਟ ਕਰਨ ਦਾ ਦੂਜਾ ਅਤੇ ਆਮ ਤੌਰ 'ਤੇ ਘੱਟ ਤਰਜੀਹੀ ਤਰੀਕਾ ਹੈ ਕੈਥੇਟਰ ਦੀ ਵਰਤੋਂ ਕਰਨਾ। ਕੈਥੇਟਰ ਵਾਈ ਸ਼ੇਪਡ ਪਲਾਸਟਿਕ ਦੀ ਟਿਊਬ ਹੁੰਦੀ ਹੈ ਜਿਹੜੀ ਤੁਹਾਡੀ ਧੌਣ ਦੀ ਨਾੜ ਵਿੱਚ ਪਾ ਦਿੱਤੀ ਜਾਂਦੀ ਹੈ। ਪਹੁੰਚ ਦਾ ਇਹ ਤਰੀਕਾ ਆਮ ਤੌਰ 'ਤੇ ਐਮਰਜੈਂਸੀ ਹਾਲਾਤ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਉਦਾਹਰਨ ਵਜੋਂ ਫਿਸਚੂਲਾ ਜਾਂ ਗ੍ਰਾਫਟ ਤਿਆਰ ਹੋਣ ਤੋਂ ਪਹਿਲਾਂ ਜਦੋਂ ਤੁਸੀਂ ਡਾਇਲਿਸਿਸ ਸ਼ੁਰੂ ਕਰਨਾ ਹੋਵੇ। ਬਹੁਤੇ ਲੋਕਾਂ ਵਾਸਤੇ ਫਿਸਚੂਲਾ ਇੱਕ ਵਧੀਆ ਚੋਣ ਹੁੰਦੀ ਹੈ ਕਿਉਂਕਿ ਇਹ ਸਭ ਤੋਂ ਵਧੀਆ ਢੰਗ ਨਾਲ ਕੰਮ ਕਰਦੀ ਹੈ, ਸਭ ਤੋਂ ਲੰਮਾ ਸਮਾਂ ਚੱਲਦੀ ਹੈ। ਇਸ ਵਿੱਚ ਇਨਫੈਕਸ਼ਨਸ ਜਿਹੀਆਂ ਗੁੰਝਲਾਂ ਘੱਟ ਪੈਦਾ ਹੁੰਦੀਆਂ ਹਨ। ਇਸ ਨਾਲ ਨਹਾਉਣਾ ਅਤੇ ਤੈਰਨਾ ਸੁਰੱਖਿਅਤ ਰਹਿੰਦਾ ਹੈ। ਹਸਪਤਾਲ ਵਿੱਚ ਦਾਖਲੇ ਦੀ ਘੱਟ ਲੋੜ ਪੈਂਦੀ ਹੈ। ਹੀਮੋਡਾਇਲਿਸਿਸ ਦੀਆਂ ਦੋ ਬੁਨਿਆਦੀ ਕਿਸਮਾਂ ਹਨ, ਘਰ ਵਿੱਚ ਰਹਿ ਕੇ ਕੀਤਾ ਜਾਣ ਵਾਲਾ ਅਤੇ ਕਲੀਨਿਕ ਵਿੱਚ ਕੀਤਾ ਜਾਣ ਵਾਲਾ। ਘਰ ਵਿੱਚ ਕੀਤਾ ਜਾਣ ਵਾਲਾ ਹੀਮੋ ਘਰੇ ਰਹਿ ਕੇ ਹੋ ਸਕਦਾ ਹੈ। ਤੁਸੀਂ ਇਸ ਨੂੰ ਆਪਣੇ ਸਮੇਂ ਮੁਤਾਬਕ ਕਰ ਸਕਦੇ ਹੋ, ਇਸ ਲਈ ਇਸ ਦਾ ਸਕੈਡਿਊਲ ਤੁਹਾਡੇ ਉੱਪਰ ਨਿਰਭਰ ਕਰਦਾ ਹੈ। ਇੰਜ ਇਹ ਬਹੁਤ ਲਚਕਤਾ ਪ੍ਰਦਾਨ ਕਰਦਾ ਹੈ। ਇਹ ਹੈ ਹੀਮੋਡਾਇਲਿਸਿਸ ਕਰਵਾਉਣ ਵਾਲੇ ਦੋ ਲੋਕਾਂ ਦੀ ਤਸਵੀਰ। ਇੱਕ ਪਾਸੇ ਘਰ ਵਿੱਚ ਰਹਿ ਕੇ ਕੀਤੀ ਜਾਣ ਵਾਲੀ ਹੀਮੋ ਹੈ ਅਤੇ ਦੂਜੇ ਪਾਸੇ ਕਲੀਨਿਕ ਵਿੱਚ ਜਾ ਕੇ ਕੀਤੀ ਜਾਣ ਵਾਲੀ ਹੀਮੋ। ਇਹਨਾਂ ਤਸਵੀਰਾਂ ਨੂੰ ਦੇਖਦੇ ਹੋਏ ਦੋਵਾਂ ਵਿਕਲਪਾਂ ਦੇ ਵੱਖ-ਵੱਖ ਫਾਇਦਿਆਂ ਬਾਰੇ ਸੋਚੋ ਅਤੇ ਇਹ ਵਿਚਾਰ ਕਰੋ ਕਿ ਇਹਨਾਂ ਵਿੱਚੋਂ ਤੁਹਾਡੇ ਲਈ ਕਿਹੜਾ ਵਿਕਲਪ ਵਧੀਆ ਰਹੇਗਾ। ਕਲੀਨਿਕ ਵਿੱਚ ਕੀਤੇ ਜਾਣ ਵਾਲੇ ਡਾਇਲਿਸਿਸ ਦੇ ਮੁਕਾਬਲੇ ਘਰ ਵਿੱਚ ਕੀਤੇ ਜਾਣ ਵਾਲਾ ਡਾਇਲਿਸਿਸ ਤੁਹਾਨੂੰ ਆਪਣੇ ਸਕੈਡਿਊਲ ਵਿੱਚ ਵਧੇਰੇ ਖੁੱਲ੍ਹ ਪ੍ਰਦਾਨ ਕਰਦਾ ਹੈ ਕਿਉਂਕਿ ਤੁਸੀਂ ਇਸ ਨੂੰ ਜ਼ਿਆਦਾ ਵਾਰ ਅਤੇ ਜ਼ਿਆਦਾ ਸਮੇਂ ਲਈ ਕਰ ਸਕਦੇ ਹੋ। ਇਸ ਲਈ ਇਹ ਤੁਹਾਡੇ ਸਰੀਰ 'ਤੇ ਕੋਮਲ ਰਹਿੰਦਾ ਹੈ। ਇਸ ਦਾ ਮਤਲਬ ਹੈ ਕਿ ਤੁਹਾਡੇ ਵਿੱਚ ਜ਼ਿਆਦਾ ਊਰਜਾ ਹੋਵੇਗੀ ਅਤੇ ਤੁਸੀਂ ਆਮ ਤੌਰ 'ਤੇ ਬਿਹਤਰ ਮਹਿਸੂਸ ਕਰੋਗੇ। ਇਸ ਦਾ ਮਤਲਬ ਹੈ ਕਿ ਤੁਹਾਨੂੰ ਘੱਟ ਦਵਾਈਆਂ ਲੈਣੀਆਂ ਪੈਣਗੀਆਂ ਅਤੇ ਤੁਹਾਨੂੰ ਖਾਣ ਪੀਣ ਦੀ ਵਧੇਰੇ ਖੁੱਲ੍ਹ ਮਿਲੇਗੀ ਕਿਉਂਕਿ ਤੁਹਾਡਾ ਖੂਨ ਅਕਸਰ ਸਾਫ਼ ਹੋ ਰਿਹਾ ਹੈ ਅਤੇ ਯਾਤਰਾ ਕਰਨੀ ਵੀ ਆਸਾਨ ਹੈ। ਜੇ ਤੁਸੀਂ ਘਰ ਵਿੱਚ ਹੀਮੋ ਕਰ ਰਹੇ ਹੋ ਤਾਂ ਤੁਹਾਨੂੰ ਸਹਾਰਾ ਦੇਣ ਵਾਲੀ ਇੱਕ ਟੀਮ ਨਿਰਧਾਰਤ ਕੀਤੀ ਜਾਵੇਗੀ ਤਾਂ ਕਿ ਤੁਸੀਂ ਕਿਸੇ ਵੀ ਸਮੇਂ ਸਵਾਲ ਪੁੱਛ ਸਕੋ ਅਤੇ ਉਹਨਾਂ ਦੇ ਜਵਾਬ ਹਾਸਲ ਕਰ ਸਕੋ। ਘਰ ਵਿੱਚ ਹੀਮੋ ਸ਼ੁਰੂ ਕਰਨ ਤੋਂ ਪਹਿਲਾਂ ਰੀਨਲ ਪ੍ਰੋਗਰਾਮ ਵੱਲੋਂ ਤੁਹਾਨੂੰ ਪੂਰੇ ਵੇਰਵੇ ਸਿਹਤ ਟ੍ਰੇਨਿੰਗ ਦਿੱਤੀ ਜਾਵੇਗੀ। ਤੁਹਾਨੂੰ ਹੀਮੋ ਲਈ ਸਾਜ਼ੋ ਸਮਾਨ ਦੀ ਲੋੜ ਵੀ ਪਵੇਗੀ ਜੋ ਕਿ ਤੁਹਾਡੇ ਕੋਲ ਡਿਲੀਵਰ ਕਰ ਦਿੱਤਾ ਜਾਵੇਗਾ ਅਤੇ ਇਸ ਦਾ ਖਰਚਾ ਰੀਨਲ ਪ੍ਰੋਗਰਾਮ ਵੱਲੋਂ ਅਦਾ ਕੀਤਾ ਜਾਵੇਗਾ। ਹੀਮੋਡਾਇਲਿਸਿਸ ਦੀ ਦੂਜੀ ਕਿਸਮ ਤਹਿਤ ਕਲੀਨਿਕ ਵਿੱਚ ਡਾਇਲਿਸਿਸ ਕੀਤਾ ਜਾਂਦਾ ਹੈ। ਕੁਝ ਲੋਕ ਤਰਜੀਹ ਦਿੰਦੇ ਹਨ ਕਿ ਉਹਨਾਂ ਦੇ ਡਾਇਲਿਸਿਸ ਦਾ ਬਹੁਤਾ ਕੰਮ ਕੋਈ ਦੂਜਾ ਵਿਅਕਤੀ ਕਰੇ। ਉਹਨਾਂ ਨੂੰ ਕਲੀਨਿਕ ਵਿੱਚ ਕੀਤੀ ਜਾਣ ਵਾਲੀ ਹੀਮੋ ਤੋਂ ਹੀ ਫਾਇਦਾ ਮਿਲਦਾ ਹੈ। ਕੁਝ ਕਲੀਨਿਕਸ ਵਿੱਚ ਤੁਸੀਂ ਰਾਤ ਨੂੰ ਡਾਇਲਿਸਿਸ ਕਰਾਉਂਦੇ ਹੋਏ ਸੌਂ ਸਕਦੇ ਹੋ। ਇੰਜ ਤੁਹਾਡੇ ਦਿਨ ਦਾ ਸਮਾਂ ਵਿਹਲਾ ਰਹਿੰਦਾ ਹੈ। ਦੂਜੇ ਪਾਸੇ ਕਲੀਨਿਕ ਵਿੱਚ ਕੀਤੇ ਜਾਣ ਵਾਲੇ ਡਾਇਲਿਸਿਸ ਵਿੱਚ ਸਕੈਡਿਊਲ ਦੀ ਬਹੁਤੀ ਖੁੱਲ੍ਹ ਨਹੀਂ ਰਹਿੰਦੀ। ਤੁਹਾਡੇ ਡਾਇਲਿਸਿਸ ਦਾ ਸਮਾਂ ਤੈਅ ਹੁੰਦਾ ਹੈ, ਆਮ ਤੌਰ 'ਤੇ 4 ਘੰਟੇ ਹਫ਼ਤੇ ਵਿੱਚ 3 ਵਾਰੀ। ਤੁਹਾਡਾ ਹਰ ਡਾਇਲਿਸਿਸ ਇੱਕੋ ਸੈਂਟਰ ਵਿਖੇ ਕੀਤਾ ਜਾਂਦਾ ਹੈ। ਘਰ ਵਿੱਚ ਡਾਇਲਿਸਿਸ ਕਰਨ ਦੇ ਮੁਕਾਬਲੇ ਕਲੀਨਿਕ ਵਿੱਚ ਡਾਇਲਿਸਿਸ ਕਰਾਉਂਦੇ ਹੋਏ ਯਾਤਰਾ ਕਰਨੀ ਮੁਸ਼ਕਿਲ ਹੁੰਦੀ ਹੈ। ਇਸ ਪੇਸ਼ਕਾਰੀ ਦਾ ਆਖਰੀ ਹਿੱਸਾ ਕੰਜ਼ਰਵੇਟਿਵ ਦੇਖਭਾਲ ਬਾਰੇ ਹੈ। ਕੰਜ਼ਰਵੇਟਿਵ ਦੇਖਭਾਲ ਦਾ ਮਤਲਬ ਹੈ ਕਿ ਇਹ ਚੋਣ ਕਰਨੀ ਕਿ ਡਾਇਲਿਸਿਸ ਵੀ ਨਹੀਂ ਕਰਵਾਉਣਾ ਅਤੇ ਗੁਰਦਾ ਟ੍ਰਾਂਸਪਲਾਂਟ ਵੀ ਨਹੀਂ ਕਰਾਉਣਾ। ਜੇ ਤੁਸੀਂ ਕੰਜ਼ਰਵੇਟਿਵ ਦੇਖਭਾਲ ਦੀ ਚੋਣ ਕਰਦੇ ਹੋ ਤਾਂ ਤੁਹਾਨੂੰ ਮੈਡੀਕਲ ਦੇਖਭਾਲ ਫਿਰ ਵੀ ਮਿਲਦੀ ਰਹੇਗੀ। ਤੁਹਾਡੀ ਸਿਹਤ ਸੰਭਾਲ ਟੀਮ ਹਰ ਕਦਮ ਤੁਹਾਡੇ ਨਾਲ ਰਹੇਗੀ। ਡਾਇਲਿਸਿਸ ਨਾ ਕਰਵਾਉਣ ਦੀ ਚੋਣ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਤੁਹਾਡੇ ਵਾਸਤੇ ਬਾਕੀ ਦੇ ਟ੍ਰੀਟਮੈਂਟ ਵੀ ਉਪਲਬਧ ਨਹੀਂ ਹਨ। ਜੇ ਤੁਸੀਂ ਕੰਜ਼ਰਵੇਟਿਵ ਦੇਖਭਾਲ ਬਾਰੇ ਜ਼ਿਆਦਾ ਜਾਣਨਾ ਚਾਹੁੰਦੇ ਹੋ ਤਾਂ ਆਪਣੀ ਸਿਹਤ ਦੇਖਭਾਲ ਟੀਮ ਨਾਲ ਗੱਲ ਕਰੋ। ਗੁਰਦੇ ਫੇਲ ਹੋਣ 'ਤੇ ਆਪਣੇ ਇਲਾਜ ਦੇ ਵਿਕਲਪਾਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰਨਾ ਇਸ ਪੇਸ਼ਕਾਰੀ ਦਾ ਮਕਸਦ ਹੈ। ਵਿਚਾਰ ਕਰਨ ਲਈ ਬਹੁਤ ਸਾਰੀ ਜਾਣਕਾਰੀ ਹੈ ਅਤੇ ਤੁਹਾਡੇ ਵਾਸਤੇ ਤੁਰੰਤ ਕੋਈ ਫੈਸਲਾ ਲੈਣਾ ਜ਼ਰੂਰੀ ਨਹੀਂ ਹੈ, ਪਰ ਤੁਹਾਡੇ ਲਈ ਕਿਹੜੇ ਵਿਕਲਪ ਸਹੀ ਰਹਿਣਗੇ ਇਹਨਾਂ ਬਾਰੇ ਸੋਚਣਾ ਅਤੇ ਉਹਨਾਂ ਬਾਰੇ ਆਪਣੀ ਸਿਹਤ ਸੰਭਾਲ ਟੀਮ ਨਾਲ ਗੱਲ ਕਰਨੀ ਇੱਕ ਵਧੀਆ ਵਿਚਾਰ ਹੈ। ਆਓ ਹੁਣ ਤੁਹਾਡੇ ਲਈ ਉਪਲਬਧ ਵਿਕਲਪਾਂ ਉੱਪਰ ਛੇਤੀ ਇੱਕ ਝਾਤ ਮਾਰੀਏ। ਇਸ ਪੇਸ਼ਕਾਰੀ ਵਿੱਚ ਪਹਿਲਾ ਵਿਕਲਪ ਜਿਸ ਬਾਰੇ ਗੱਲ ਕੀਤੀ ਗਈ ਸੀ ਉਹ ਸੀ ਗੁਰਦੇ ਦਾ ਟ੍ਰਾਂਸਪਲਾਂਟ। ਟ੍ਰਾਂਸਪਲਾਂਟ ਲਈ ਗੁਰਦਾ ਜਿਉਂਦੇ ਦਾਨੀ ਜਾਂ ਮ੍ਰਿਤਕ ਦਾਨੀ ਤੋਂ ਆ ਸਕਦਾ ਹੈ। ਮ੍ਰਿਤਕ ਦਾਨੀਆਂ ਵਾਲੀ ਰਜਿਸਟਰੀ ਰਾਹੀਂ ਮ੍ਰਿਤਕ ਦਾਨੀ ਤੋਂ ਮਿਲਣ ਵਾਲੇ ਗੁਰਦੇ ਦੇ ਮੁਕਾਬਲੇ ਜਿਉਂਦੇ ਦਾਨੀ ਤੋਂ ਗੁਰਦਾ ਛੇਤੀ ਮਿਲ ਜਾਵੇਗਾ। ਰਜਿਸਟਰੀ ਰਾਹੀਂ ਮ੍ਰਿਤਕ ਦਾਨੀ ਦਾ ਗੁਰਦਾ ਮਿਲਣ ਵਿੱਚ ਕਈ ਸਾਲ ਲੱਗ ਸਕਦੇ ਹਨ। ਤੁਸੀਂ ਅਤੇ ਆਪਣੇ ਜਿਉਂਦੇ ਜੀ ਤੁਹਾਨੂੰ ਗੁਰਦਾ ਦਾਨ ਕਰਨ ਵਾਲਾ ਵਿਅਕਤੀ ਦੋਵੇਂ ਜਣੇ
ਇੱਕ ਗੁਰਦੇ ਨਾਲ ਸਿਹਤਮੰਦ ਜ਼ਿੰਦਗੀ ਬਤੀਤ ਕਰ ਸਕਦੇ ਹੋ। ਅਸੀਂ ਇਸ ਪੇਸ਼ਕਾਰੀ ਵਿੱਚ ਡਾਇਲਿਸਿਸ ਦੇ ਵੀ ਅਨੇਕਾਂ ਵਿਕਲਪਾਂ ਬਾਰੇ ਗੱਲ ਕੀਤੀ। ਇੱਕ ਸੰਖੇਪ ਚਾਰਟ ਦੇ ਤੌਰ ਤੇ ਤੁਹਾਨੂੰ ਫਿਰ ਦੱਸ ਦਈਏ ਕਿ ਡਾਇਲਿਸਿਸ ਦੀਆਂ 2 ਕਿਸਮਾਂ ਹੁੰਦੀਆਂ ਹਨ, ਪੀਡੀ ਅਤੇ ਹੀਮੋ। ਪੀਡੀ ਵਾਸਤੇ ਤੁਹਾਡੇ ਢਿੱਡ ਵਿੱਚ ਕੈਥੇਟਰ ਪਾਉਣ ਦੀ ਲੋੜ ਪੈਂਦੀ ਹੈ ਅਤੇ ਤੁਸੀਂ ਇਸ ਨੂੰ ਦਿਨ ਵਿੱਚ ਮੈਨੂਅਲੀ ਜਾਂ ਰਾਤ ਨੂੰ ਮਸ਼ੀਨ ਦੇ ਸਹਾਰੇ ਨਾਲ ਕਰਦੇ ਹੋ। ਹੀਮੋਡਾਇਲਿਸਿਸ ਲਈ ਫਿਸਚੂਲਾ ਦੀ ਲੋੜ ਪੈਂਦੀ ਹੈ, ਜੋ ਕਿ ਤੁਹਾਡੇ ਡਾਇਲਿਸਿਸ ਸ਼ੁਰੂ ਕਰਨ ਤੋਂ ਕਾਫੀ ਪਹਿਲਾਂ ਤੁਹਾਡੀ ਬਾਂਹ ਵਿੱਚ ਬਣਾਉਣੀ ਪੈਂਦੀ ਹੈ। ਹੀਮੋ ਤੁਸੀਂ ਆਪਣੇ ਆਪ ਘਰ ਵਿੱਚ ਜਾਂ ਡਾਇਲਿਸਿਸ ਕਲੀਨਿਕ ਵਿਖੇ ਕਰ ਸਕਦੇ ਹੋ। ਇਸ ਪੇਸ਼ਕਾਰੀ ਦੇ ਅੰਤ ਵਿੱਚ ਅਸੀਂ ਕੰਜ਼ਰਵੇਟਿਵ ਦੇਖਭਾਲ ਦੇ ਵਿਕਲਪ ਬਾਰੇ ਗੱਲ ਕੀਤੀ। ਇਹ ਉਹ ਸਥਿਤੀ ਹੁੰਦੀ ਹੈ ਜਦੋਂ ਗੁਰਦੇ ਫੇਲ ਹੋਣੇ ਸ਼ੁਰੂ ਹੋਣ ਤੇ ਤੁਸੀਂ ਡਾਇਲਿਸਿਸ ਕਰਵਾਉਣ ਜਾਂ ਗੁਰਦਾ ਬਦਲਵਾਉਣ ਦੋਵਾਂ ਤੋਂ ਹੀ ਇਨਕਾਰ ਕਰ ਦਿੰਦੇ ਹੋ। ਇਸ ਸਥਿਤੀ ਵਿੱਚ ਤੁਹਾਡੀ ਮੈਡੀਕਲ ਦੇਖਭਾਲ ਦਾ ਟੀਚਾ ਤੁਹਾਨੂੰ ਆਰਾਮ ਪਹੁੰਚਾਉਣਾ ਹੁੰਦਾ ਹੈ। ਇਸ ਪੇਸ਼ਕਾਰੀ ਵਿੱਚ ਦੱਸੇ ਸਾਰੇ ਵਿਕਲਪਾਂ ਦੇ ਫਾਇਦੇ ਅਤੇ ਨੁਕਸਾਨ ਹਨ। ਆਪਣੇ ਲਈ ਸਭ ਤੋਂ ਵਧੀਆ ਵਿਕਲਪ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਤੁਹਾਨੂੰ ਧਿਆਨ ਨਾਲ ਇਹਨਾਂ ਬਾਰੇ ਵਿਚਾਰ ਕਰਨਾ ਪਵੇਗਾ। ਇਹ ਔਖਾ ਹੋ ਸਕਦਾ ਹੈ, ਪਰ ਯਾਦ ਰੱਖਣਾ ਤੁਸੀਂ ਇਕੱਲੇ ਨਹੀਂ ਹੋ। ਆਪਣੇ ਟ੍ਰੀਟਮੈਂਟ ਦੇ ਵਿਕਲਪਾਂ ਬਾਰੇ ਜੇ ਤੁਹਾਡੇ ਕੋਈ ਸਵਾਲ ਹੋਣ ਤਾਂ ਆਪਣੀ ਗੁਰਦਾ ਦੇਖਭਾਲ ਟੀਮ ਨਾਲ ਉਹਨਾਂ ਬਾਰੇ ਬੇਝਿਜਕ ਹੋ ਕੇ ਗੱਲ ਕਰੋ। ਤੁਹਾਡੀ ਸਥਿਤੀ ਮੁਤਾਬਕ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਚੁਣਨ ਵਿੱਚ ਤੁਹਾਡੀ ਮਦਦ ਕਰਨ ਲਈ ਤੁਹਾਡੀ ਟੀਮ ਮੌਜੂਦ ਹੈ।